ਅੱਜ ਦੇ इस प्रोग्राम ਦੇ ਵਿੱਚ ਗੱਲਬਾਤ ਕਰਨੀ ਹੈ ਕ੍ਰੇਨਬਰੁਕ ਦੇ ਨਜ਼ਦੀਕ ਕੁਝ ਹੋਰ ਪਿੰਜਰ ਲੱਭੇ ਆ। ਇਹ ਕੀ ਮਾਮਲਾ ਆ? ਇੱਕ ਗੱਲਬਾਤ ਕਰਾਂਗੇ। ਕੈਨੇਡਾ ਦੇ ਇੱਕ ਸੈਨੇਟਰ ਨੇ ਚੀਨ ਦਾ ਪੱਖ ਪੂਰਿਆ। ਗਰਮੀ ਕਾਰਨ ਬੀਤੇ ਦਿਨਾਂ ਦੇ ਵਿੱਚ ਦਰਜਨਾਂ ਮੌਤਾਂ ਹੋਈਆਂ। ਟਰੱਕ ਚਾਲਕਾਂ ਨੇ ਕੈਨੇਡਾ ਡੇ ਮੌਕੇ ਰੋਸ ਰੈਲੀ ਕੱਢਣੀ ਆ, ਉਹਦੀ ਗੱਲਬਾਤ ਹੋਏਗੀ। ਨਾਮਵਰ ਕਮੇਡੀਅਨ ਬਿਲ ਕੌਸਬੀ ਨੂੰ ਅਦਾਲਤ ਨੇ ਛੱਡਣ ਦਾ ਮਨ ਬਣਾ ਲਿਆ। ਤੇ ਦੂਜੇ ਪਾਸੇ रूस का की रौला पिया बाकी देशों के नाल। व्लादिमीर पुतिन ने पश्चिमी मुल्कों को की दबका मारिया। प्रोग्राम एक बार फिर तो स्वागत। BC के शहर क्रेनबरुक कोल मौजूद रेजिडेंशियल स्कूल को मूल वासियों लिए इन्होंने स्कूलों जोड़े एक तसीहा केंद्र कहिंदे सी 182 पिंजर मिलण का दावा स्थानक मूल निवासियों ने किया। पिछले समय तो मामला काफ़ी चर्चा के विच आ। थोड़े समय के विच ही 3 ਥਾਵਾਂ ਦੇ ਉੱਤੋਂ 1000 तो ज़्यादा पिंजर मिलने सचमुच इस गल ने लोगों को बहुत हैरान भी किया ते लोगों के विच रोस की लहर भी बहुत वड्डी है। जापदा है कि हर रेजिडेंशियल स्कूल के कोलों इहो जिहे कब्रिस्तान लभणगे। हुण तक 1000 तो ज़्यादा पिंजर कैनेडा के अड्ड अड्ड शहरों के लभ चुके हैं। ये लभण का सिलसिला लगातार जारी है। उधर BC ਦੇ ਵਿੱਚ ਇਹਦੇ ਨਾਲ ਇੱਕ ਹੋਰ ਖਬਰ ਵੀ ਸਾਹਮਣੇ ਆਉਂਦੀ ਆ ਕਿ 4 ਚਰਚਾਂ ਨੂੰ ਅੱਗ ਲੱਗ ਚੁੱਕੀ ਆ। ਆਪਾਂ ਦੋਵੇਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ। 2 ਚਰਚਾਂ ਨੂੰ ਇੱਕ ਵਾਰੀ ਅੱਗ ਲੱਗੀ, 2 ਚਰਚਾਂ ਨੂੰ ਬਾਅਦ ਦੇ ਵਿੱਚ ਅੱਗ ਲੱਗੀ। ਅੱਗ ਕਿਹਨੇ ਲਾਈ, ਕਿੱਦਾਂ ਲੱਗੀ, ਕੋਈ ਪਤਾ ਨਹੀਂ। ਇਹਨੂੰ ਸਸਪੀਸ਼ੀਅਸ ਕਿਹਾ ਗਿਆ ਕਿ ਅੱਗ ਜਿਹੜੀ ਰਹੱਸਮਈ ਹੈਗੀ ਆ। ਇਹਦੇ ਤੋਂ ਬਾਅਦ ਹੁਣ ਇੱਕ ਹੋਰ ਘਟਨਾ ਵਾਪਰੀ ਆ। ਐਡਮਿੰਟਨ ਲਾਗੇ 1 ਸਦੀ ਤੋਂ ਵੀ ਪੁਰਾਣੇ ਚਰਚ ਨੂੰ ਅੱਗ ਲੱਗੀ ਤੇ ਉਹ ਦੇਖਦੇ ਦੇਖਦੇ ਚਰਚ ਰਾਖ ਬਣ ਗਿਆ। ਇਹਦੇ ਸਾਰੇ ਮਾਮਲੇ ਹੁਣ ਤੱਕ ਸ਼ੱਕੀ ਦੱਸੇ ਜਾ ਰਹੇ ਆ। ਦੱਸਿਆ ਜਾ ਰਿਹਾ ਕਿ 1907 ਦੇ ਵਿੱਚ ਚਰਚ ਬਣਿਆ ਸੀ ਔਰ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਅੱਜ ਇਸ ਘਟਨਾ ਦੀ ਬਹੁਤ ਸਖਤ ਆਲੋਚਨਾ ਕੀਤੀ ਆ। ਔਰ ਉਹਨਾਂ ਨੇ ਇਹ ਕਿਹਾ ਕਿ ਲੱਗਦਾ ਇੱਦਾਂ ਆ ਕਿ ਇੱਕ ਹੋਰ ਵਾਇਲੈਂਟ ਹੇਟ ਕ੍ਰਾਈਮ ਆ ਜਿਹੜਾ ਕੈਥੋਲਿਕ ਕਮਿਊਨਿਟੀ ਨੂੰ ਟਾਰਗੇਟ ਕਰ ਰਿਹਾ ਹੈ। ਇਹ ਪਿੰਜਰ ਮਿਲਣੇ, ਇਹਦੇ ਤੋਂ ਬਾਅਦ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਣੀਆਂ। ਕੈਨੇਡਾ ਪੂਰੀ ਦੁਨੀਆ ਦੇ ਨਕਸ਼ੇ ਦੇ ਉੱਤੇ ਚਰਚਾ ਦੇ ਵਿੱਚ ਆ ਰਿਹਾ। ਜਿਸ ਦਿਨ ਪਹਿਲੀ ਵਾਰ ਕੈਮਲੂਪਸ ਦੇ ਵਿੱਚੋਂ ਇਹ ਲਾਸ਼ਾਂ ਮਿਲੀਆਂ ਸੀ, ਲਾਸ਼ਾਂ ਦੇ ਅਵਸ਼ੇਸ਼ ਰਹਿੰਦ ਖੂੰਹਦ ਮਿਲੀ ਸੀ, ਉਹਦੇ ਤੋਂ ਬਾਅਦ ਸਸਕਾਚਵਨ ਦੇ ਵਿੱਚ। ਤੇ ਹੁਣ ਥੋੜੀ ਜੀ ਗੱਲ ਠੰਡੀ ਪੈਣ ਲੱਗਦੀ ਆ ਤੇ ਕਿ ਇੱਕ ਘਟਨਾ ਹੋਰ ਵਾਪਰ ਜਾਂਦੀ ਆ। 1.5 ਲੱਖ ਬੱਚਾ ਇਹਨਾਂ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਪੜ੍ਹਿਆ। ਟਰੁੱਥ ਤੇ ਰੀਕਨਸਾਈਲੇਸ਼ਨ ਕਮਿਸ਼ਨ ਥੋੜਾ ਚਿਰ ਪਹਿਲਾਂ ਬਣਿਆ ਸੀ, 5 ਸਾਲ ਪਹਿਲਾਂ ਉਹਨੇ ਰਿਪੋਰਟ ਦਿੱਤੀ ਸੀ। 4000 ਸਫ਼ਿਆਂ ਦਾ ਇਹ ਡਾਕੂਮੈਂਟ ਸੀ ਜਿਹਦੇ ਵਿੱਚ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਸੀ ਤੇ ਕਿਹਾ ਸੀ ਕਿ 3200 ਦੇ ਕਰੀਬ ਜਿਹੜੇ ਨਿਆਣੇ ਆ, ਜਿਹੜੇ ਬੱਚੇ ਆ, ਉਹ ਗੁੰਮ ਨੇ। ਤੇ ਕੁਛ ਇਹਨਾਂ ਨੂੰ 4100 ਗਿਣਤੀ ਦੱਸ ਰਿਹਾ। ਅਸਲ ਗਿਣਤੀ ਕਿੰਨੀ ਆ? ਤੇ ਜਿਸ ਪਾਸੇ ਨੂੰ ਇਹ ਗੱਲਬਾਤ ਤੁਰ ਗਈ ਆ ਕਿ ਹੁਣ ਉਹ ਰਡਾਰ ਦੇ ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਨੇ ਧਰਤੀ ਨੂੰ ਫੋਲਣਾ ਸ਼ੁਰੂ ਕਰ ਦਿੱਤਾ। ਜਿੱਦਾਂ ਸਕੈਨਿੰਗ ਕਰਾਉਂਦੇ ਆਪਾਂ ਅਲਟਰਾਸਾਊਂਡ ਦੀ, ਇੱਦਾਂ ਦੀ ਇੱਕ ਮਸ਼ੀਨ ਲੈ ਕੇ ਧਰਤੀ ਦੇ ਉੱਤੇ ਫਿਰਦੇ ਆ ਔਰ ਉਹ ਬਹੁਤ ਤਰੀਕੇ ਨਾਲ ਉਹਨਾਂ ਨੂੰ ਹੀ, ਉਹ ਆਪ ਹੀ ਜਾ ਸਕਦੇ ਆ ਜਿਹੜੇ ਮੂਲ ਵਾਸੀ ਹੈਗੇ ਆ ਇੱਥੇ ਦੇ। ਦੂਜਾ ਕੋਈ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਦੇ ਧਰਮ ਦੀਆਂ ਆਪਣੀਆਂ ਰੌ ਰੀਤਾਂ ਨੇ। ਉਹ ਇਸ ਧਰਤੀ ਦਾ, ਧਰਤੀ ਹੇਠਾਂ ਦੱਬੇ ਇਹਨਾਂ ਬੱਚਿਆਂ ਦਾ ਇੰਨਾ ਕੁ ਸਤਿਕਾਰ ਜਾਂ ਇੰਨਾ ਕੁ ਪਾਲਣਾ ਕਰਦੇ ਆ ਕਿ ਕਿਸੇ ਹੋਰ ਨੂੰ ਉਸ ਲੈਂਡ ਦੇ ਉੱਤੇ ਜਾ ਕੇ ਖੋਜ ਕਰਨ ਦੀ ਉਹ ਆਗਿਆ ਨਹੀਂ ਦਿੰਦੇ। ਸੋ ਉਹਨਾਂ ਦੇ ਧਾਰਮਿਕ ਅਕੀਦਿਆਂ ਅਨੁਸਾਰ ਇਹ ਖੋਜ ਕੀਤੀ ਜਾ ਰਹੀ ਹੈ। ਫੈਡਰਲ ਗੌਰਮੈਂਟ ਵੀ ਕਹਿ ਰਹੀ ਹੈ ਕਿ ਅਸੀਂ ਇਹਦੇ ਲਈ ਫੰਡਿੰਗ ਦੇਵਾਂਗੇ ਤਾਂ ਕਿ ਹੋਰ ਪਤਾ ਕਰ ਸਕਣ ਉਹ। ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਇਹ ਗੱਲਬਾਤ ਉੱਠੀ ਆ ਕਿ ਕੈਨੇਡਾ ਦੇ ਵਿੱਚ ਇਸ ਗੱਲ ਬਾਰੇ ਇਨਵੈਸਟੀਗੇਸ਼ਨ ਬਹੁਤ ਡੂੰਘੀ ਹੋਣੀ ਚਾਹੀਦੀ ਆ। ਚੀਨ ਨੇ ਪਿੱਛੇ ਜਿਹੇ ਇਹ ਮੰਗ ਵੀ ਕੀਤੀ ਸੀ ਬਾਕੀ ਦੇਸ਼ਾਂ ਦੇ ਨਾਲ ਰਲ ਕੇ। 2 ਜੂਨ ਨੂੰ ਸਰਕਾਰ ਨੇ ਅਨਾਊਂਸ ਕੀਤਾ ਸੀ ਕਿ ਅਸੀਂ ਫਸਟ ਨੇਸ਼ਨਸ ਨੂੰ ਜ਼ਿਆਦਾ ਫੰਡਿੰਗ ਦੇ ਰਹੇ ਹਾਂ ਤਾਂ ਕਿ ਇਹਦੇ ਬਾਰੇ ਪਤਾ ਲੱਗ ਸਕੇ। ਇਹ ਕੋਈ ਨਵੀਂ ਗੱਲ ਨਹੀਂ ਵਾਪਰੀ ਕਿ ਇੱਥੇ ਇਹਨਾਂ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚੋਂ ਬੱਚੇ ਗੁੰਮ ਹੋਏ ਸੀ, ਪਰ ਉਹ ਗੁੰਮ ਹੋਏ ਬੱਚੇ ਕਾਗਜ਼ਾਂ ਦੇ ਵਿੱਚ ਪੜ੍ਹਨੇ, ਪੇਪਰਸ ਦੇ ਵਿੱਚ ਪੜ੍ਹਨੇ, ਇਤਿਹਾਸ ਪੜ੍ਹਾਇਆ ਜਾਣਾ ਹੋਰ ਗੱਲ ਆ। ਪਤਾ ਸੀ ਕਿ ਇੱਦਾਂ ਹੈਗਾ। ਉੱਥੇ ਦੀਆਂ ਕਮਿਊਨਿਟੀਜ਼ ਨੂੰ ਇਹ ਗੱਲ ਬਹੁਤ ਦੇਰ ਪਹਿਲਾਂ ਦੀ ਪਤਾ ਆ। ਬਾਕੀ ਲੋਕਾਂ ਨੂੰ ਵੀ ਪਤਾ, ਇੱਥੇ ਦੇ ਬੱਚਿਆਂ ਨੂੰ ਹਿਸਟਰੀ ਦੇ ਵਿੱਚ ਵੀ ਇਹ ਚੀਜ਼ ਪੜ੍ਹਾਈ ਜਾਂਦੀ ਆ। ਪਰ ਹੁਣ ਜਦੋਂ ਫਿਜ਼ੀਕਲੀ ਉਹ ਡੈੱਡ ਬੋਡੀਜ਼ ਬਾਰੇ ਪਤਾ ਲੱਗ ਗਿਆ ਤਾਂ ਕੁਦਰਤੀ ਤੌਰ 'ਤੇ ਇਸ ਗੱਲ ਨੇ ਲੋਕਾਂ ਦੇ ਵਿੱਚ ਇੱਕ ਨਿਰਾਸ਼ਾ ਤੇ ਦੁੱਖ ਜਿਹੜਾ ਉਹਨੂੰ ਤਾਜ਼ਾ ਕਰਨਾ, ਉਹਨੂੰ ਉਹ ਜਿਹੜੇ ਜ਼ਖਮ ਸੀਗੇ ਉਹਨਾਂ ਨੂੰ ਫੇਰ ਦੁਬਾਰਾ ਇੱਕ ਤਰ੍ਹਾਂ ਪੱਟਿਆ ਜਾ ਰਿਹਾ, ਉਹਨਾਂ ਨੂੰ ਦੁਬਾਰਾ ਹਰੇ ਹੋ ਰਹੇ ਆ। ਪਰ ਇਹ ਸਾਰਾ ਕੁਛ ਖੋਜ ਕਰਨੀ, ਇਹਦੇ ਬਾਰੇ ਜਿਹੜੀ ਗੱਲ ਉਸ ਕਮਿਊਨਿਟੀ ਨੂੰ ਪਤਾ ਆ, ਪੂਰੀ ਦੁਨੀਆ ਨੂੰ ਪਤਾ ਹੋਣੀ ਬਹੁਤ ਜ਼ਰੂਰੀ ਆ। ਇਹ ਇੱਕ ਦੁੱਖ ਆ, ਦੁਖਾਂਤ ਆ, ਪਰ ਇਹ ਸਾਡੀ ਸ਼ਾਇਦ ਕੈਨੇਡਾ ਦੇ ਇਤਿਹਾਸ ਦੀ ਸੱਚਾਈ ਵੀ ਆ, ਇਹਦੇ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ। ਹੁਣ ਜਦੋਂ ਇਹ ਗੱਲਾਂ ਬਾਤਾਂ ਚੱਲ ਰਹੀਆਂ ਇਹਦੇ ਬਾਰੇ ਬਹੁਤ ਸਾਰੇ ਸਵਾਲ ਉੱਠਦੇ ਆ। ਮੂਲ ਨਿਵਾਸੀ ਕੌਣ ਨੇ? ਕੋਲੰਬਸ ਦੀ ਗੱਲ ਚੱਲਦੀ ਆ ਕਿ ਕੋਲੰਬਸ ਇੱਥੇ ਆਇਆ, ਯੂਰਪੀਅਨ ਇੱਥੇ ਆਏ, ਉਹਨਾਂ ਨੇ ਇੱਥੇ ਆ ਕੇ ਇਹਨਾਂ ਲੋਕਾਂ ਨਾਲ ਲੱਭਿਆ। ਅਸੀਂ ਜਦੋਂ ਭਾਰਤ ਵਿੱਚ ਰਹਿੰਦੇ ਸੀ ਉੱਥੇ ਵੀ ਮੂਲ ਨਿਵਾਸੀਆਂ ਦਾ ਜ਼ਿਕਰ ਸੁਣਦੇ ਆਏ ਹਾਂ। ਇਹ ਵੀ ਸੁਣਦੇ ਆਏ ਹਾਂ ਕਿ ਜਿਹੜੇ ਅਸੀਂ ਲੋਕ ਆ ਬਹੁਤ ਸਾਰੇ ਆਰੀਆ ਜਿਹੜੇ ਆ ਉਹ ਮੱਧ ਏਸ਼ੀਆ ਦੇ ਵਿੱਚੋਂ ਉੱਠ ਕੇ ਕਿਤੇ ਕਈ ਹਜ਼ਾਰਾਂ ਸਾਲ ਪਹਿਲਾਂ ਚਲੇ ਗਏ
ਤੇ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਸੀ ਜਿਨ੍ਹਾਂ ਨੂੰ ਆਮ ਤੌਰ ਤੇ ਦਰਾਵੜ ਕਹਿੰਦੇ ਸੀ ਉਹਨਾਂ ਨੂੰ ਅਸੀਂ ਦੱਖਣ ਵਾਲੇ ਪਾਸੇ ਧੱਕ ਦਿੱਤਾ। ਇਹਦੇ ਤੋਂ ਬਾਅਦ ਹੋਰ ਬਹੁਤ ਸਾਰੀਆਂ ਗੱਲਾਂ ਚੱਲੀਆਂ ਕਿ ਜਿਹੜੀ ਸਿੰਧ ਘਾਟੀ ਦੀ ਸੱਭਿਅਤਾ ਭਾਰਤ ਦੇ ਵਿੱਚ ਸੀਗੀ ਉਹ ਕੀ ਸੀਗੀ, ਉੱਥੋਂ ਦੇ ਮੂਲ ਨਿਵਾਸੀਆਂ ਦੇ ਨਾਲ ਕੀ ਅਸੀਂ ਵੀ ਉਸ ਜ਼ੁਲਮ ਦੇ ਵਿੱਚ ਕਿਤੇ ਸਾਡੇ ਪੁਰਖੇ ਵੀ ਸ਼ਾਮਲ ਸੀ ਜੋ ਅੱਜ ਕੈਨੇਡਾ ਦੇ ਮੂਲ ਨਿਵਾਸੀਆਂ ਨਾਲ ਇੱਥੋਂ ਦਿਆਂ ਨੇ ਕੀਤਾ, ਕੀ ਇਹੀ ਕੁਛ ਕਦੇ ਭਾਰਤ ਦੇ ਵਿੱਚ ਸਾਡੇ ਪੁਰਖਿਆਂ ਨੇ ਵੀ ਕੀਤਾ ਹੋਊਗਾ, ਜਾਂ ਇਹ ਵੱਡੇ ਸਵਾਲ ਨੇ। ਔਰ ਇਹਨਾਂ ਵੱਡੇ ਸਵਾਲਾਂ ਦੇ ਉੱਤੇ ਹੁਣ ਚਰਚਾ ਚੱਲ ਰਹੀ ਆ ਕਿ ਅਸਲ ਦੇ ਵਿੱਚ ਜਿਹੜੇ ਦੱਖਣੀ ਏਸ਼ੀਆ ਦੇ ਖਾਸ ਕਰ ਭਾਰਤ ਵਿੱਚ ਵਸਦੇ ਲੋਕ ਕੌਣ ਆ, ਉਹ ਕਿੱਥੋਂ ਆਏ ਸੀ, ਕੀ ਆਰੀਆ ਲੋਕ ਬਾਹਰੋਂ ਆਏ ਸੀ, ਸਿੰਧ ਘਾਟੀ ਦੀ ਸੱਭਿਅਤਾ ਨਾਲ ਜੁੜੇ ਹੋਏ ਸੀ, ਉਹਨਾਂ ਦਾ ਆਰੀਆ ਲੋਕਾਂ ਦੇ ਨਾਲ ਸੰਬੰਧ ਕੀ ਸੀ, ਹੁਣ ਦੀ ਜਿਹੜੀ ਦੱਖਣੀ ਏਸ਼ੀਆਈ ਵਸੋਂ ਆ ਅਸੀਂ ਆ ਜਿਹੜੇ ਸਾਰੇ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਨੇਪਾਲ, ਬਰਮਾ ਇਹਦੇ ਵਿੱਚ ਸ਼ਾਮਲ ਸੀ, ਇਹ ਲੋਕ ਕਿੱਦਾਂ ਆਏ, ਧਰਤੀ ਤੇ ਰਹਿੰਦੇ, ਹੁਣ ਮਤਲਬ ਮੁੱਢ ਕਿੱਥੋਂ ਸ਼ੁਰੂ ਹੋਇਆ। ਅਸੀਂ ਸਾਰੇ ਜਾਣਦੇ ਹਾਂ ਕਿ ਧਰਤੀ ਤੇ ਰਹਿੰਦੇ ਮਨੁੱਖ ਇੱਕੋ ਥਾਂ ਤੋਂ ਪੈਦਾ ਹੋਏ ਜਾਂ ਵੱਖ-ਵੱਖ ਥਾਵਾਂ ਦੇ ਉੱਤੋਂ ਪੈਦਾ ਹੋਏ। ਬਹੁਤ ਅਹਿਮ ਸਵਾਲ ਆ ਜਿਹੜੇ ਇਤਿਹਾਸ ਦੇ ਨਾਲ ਜੁੜੇ ਵੀ ਹੋਏ ਆ ਔਰ ਦੱਸ ਵੀ ਰਹੇ ਆ। ਹੁਣ ਜਿਹੜੇ DNAs ਦੀ ਖੋਜ ਸਾਹਮਣੇ ਆਈ ਜਿਹੜੀ 30-40 ਸਾਲ ਪਹਿਲਾਂ ਹੀ ਸਾਡੇ ਸਾਹਮਣੇ ਆਈ ਆ, ਉਹ ਪਤਾ ਕਰਕੇ ਦੱਸ ਸਕਦੀ ਹੈ ਕਿ ਆਹ ਦੋ ਵਿਅਕਤੀਆਂ ਦੇ ਵਿਚਕਾਰ ਪੁਰਾਤਨ ਤੋਂ ਪੁਰਾਤਨ ਰਿਸ਼ਤਾ ਕਿੱਥੇ ਦਾ ਸੀ। ਮੰਨ ਲਓ ਸਾਡੇ ਵਿੱਚ ਜਾਂ ਇੱਥੋਂ ਦੇ ਮੂਲ ਨਿਵਾਸੀਆਂ ਵਿੱਚ ਜੇਕਰ ਰਿਸ਼ਤਾ ਲੱਭਣਾ ਹੋਵੇ DNA ਦੱਸ ਸਕਦਾ ਕਿ ਇੰਨੀਆਂ ਕੁ ਪੀੜ੍ਹੀਆਂ ਪਿੱਛੋਂ ਜਾ ਕੇ ਇਹ ਇੱਕ ਸੀਗੇ। ਹਜ਼ਾਰਾਂ ਸਾਲ ਪਹਿਲਾਂ ਦੁਨੀਆ ਦੇ ਸਭ ਤੋਂ ਪਹਿਲਾਂ ਜਿਹੜਾ ਮਨੁੱਖ ਪੈਦਾ ਹੋਇਆ ਉਹ ਦੱਖਣੀ ਅਫਰੀਕਾ ਦੇ ਵਿੱਚ ਪੈਦਾ ਹੋਇਆ। ਇਸੇ ਕਰਕੇ ਜਦੋਂ ਤੁਸੀਂ ਉੱਥੇ ਜਾਂਦੇ ਆ ਤਾਂ ਏਅਰਪੋਰਟ ਦੇ ਉੱਤੇ ਸਭ ਤੋਂ ਪਹਿਲਾਂ ਇਹ ਤੁਹਾਨੂੰ ਲਿਖਿਆ ਮਿਲਦਾ ਕਿ ਤੁਹਾਡਾ ਧਰਤੀ ਮਾਤ ਭੂਮੀ ਦੇ ਉੱਤੇ ਸਵਾਗਤ ਆ। ਉੱਥੋਂ ਪੈਦਾ ਹੋ ਕੇ ਫਿਰ ਲੋਕ ਕਿਸ ਤਰ੍ਹਾਂ ਮਾਈਗ੍ਰੇਟ ਹੋਏ ਆ, ਕਿਸ ਤਰ੍ਹਾਂ ਉਹ ਇੱਧਰ ਉੱਧਰ ਜਾਣ ਲੱਗੇ ਆ। 70,000 ਸਾਲ ਪਹਿਲਾਂ ਦੀ ਗੱਲ ਆ ਜਦੋਂ ਅਫਰੀਕਾ ਤੋਂ ਵਿੱਚ ਇਹ ਮਨੁੱਖ ਜਿਹੜਾ ਪੈਦਾ ਹੁੰਦਾ ਆ। ਕਿੱਥੇ ਜਾ ਕੇ ਮੂਲ ਨਿਵਾਸੀ ਵਸਦੇ ਆ, ਇੱਥੋਂ ਦੇ ਮੂਲ ਨਿਵਾਸੀ ਕਿੱਥੇ ਆਏ ਸੀ, ਧਰਤੀਆਂ ਨੂੰ ਕਿੱਦਾਂ ਲੱਭਿਆ ਗਿਆ, ਇਹ ਬਹੁਤ ਸਾਰੇ ਵੱਡੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਹੁਣ ਚਰਚਾ ਹੋ ਰਹੀ ਆ। ਕੌਣ ਕਿਹਦਾ ਘਾਣ ਕਰ ਰਿਹਾ, ਇਹ ਧਰਮ ਦਾ ਮਾਮਲਾ ਆ, ਇਹ ਇੱਕ ਰਾਜਨੀਤੀ ਦਾ ਮਾਮਲਾ ਆ, ਇਹ ਪੈਸੇ ਦਾ ਮਾਮਲਾ ਆ, ਇਹ ਖਿੱਤਿਆਂ ਦਾ ਮਾਮਲਾ ਆ ਕਿ ਇੱਕ ਖਿੱਤਾ ਦੂਜੇ ਖਿੱਤੇ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ। ਇਹ ਬਹੁਤ ਸਾਰੇ ਸਵਾਲ ਆ ਜਿਨ੍ਹਾਂ ਨੂੰ ਹੁਣ ਦੁਬਾਰਾ ਲੋਕ ਸੰਬੋਧਿਤ ਹੋ ਰਹੇ ਨੇ। ਤੇ ਜਿੱਦਾਂ ਜਿੱਦਾਂ ਇਹ ਗੱਲਾਂ ਬਾਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਅਸੀਂ ਹੋਰ ਵੀ ਖਬਰਾਂ ਸਾਂਝੀਆਂ ਕਰੀਏ। ਇਹ ਜਿਹੜੇ ਰਡਾਰ ਸਿਸਟਮ ਦੇ ਨਾਲ ਉਹ ਲੱਭ ਰਹੇ ਆ, ਇਹ ਗੱਲਬਾਤ ਸਿਰਫ 3 ਰੈਜ਼ੀਡੈਂਸ਼ੀਅਲ ਸਕੂਲਾਂ ਦੇ ਉੱਤੇ ਨਹੀਂ ਰੁਕਣੀ, ਇਹਦੇ ਨਾਲ ਹੋਰ ਵੀ ਸਾਡੇ ਇਤਿਹਾਸ ਵਿੱਚ ਵਾਪਰੀਆਂ ਬਹੁਤ ਸ਼ਰਮਨਾਕ ਤੇ ਕੌੜੀਆਂ ਸੱਚਾਈਆਂ ਸਾਡੇ ਸਾਹਮਣੇ ਆਉਣ ਵਾਲੇ ਸਮੇਂ ਵਿੱਚ ਆ ਸਕਦੀਆਂ। ਦੋਸਤੋ, ਇੱਕ ਹੋਰ ਖਬਰ ਅੱਜ ਚਰਚਾ ਦੇ ਵਿੱਚ ਆਈ ਆ ਕਿ ਇੱਕ ਇੰਡੀਪੈਂਡੈਂਟ BC ਸੈਨੇਟਰ YP ਵੂ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਕੈਨੇਡਾ ਨੂੰ। ਕੈਨੇਡਾ ਦੇ ਸੈਨੇਟਰ ਕੈਨੇਡਾ ਨੂੰ ਕ੍ਰਿਟੀਸਾਈਜ਼ ਕਰ ਰਹੇ ਆ ਇਸ ਗੱਲ ਦੇ ਉੱਤੇ ਕਿ ਜਿਸ ਤਰ੍ਹਾਂ ਇਹ ਚੀਨ ਨੂੰ ਲੇਬਲ ਕਰ ਰਿਹਾ ਕਿ ਉੱਥੇ ਉਈਗਰ ਮਾਈਨੋਰਿਟੀ ਦੇ ਬਾਰੇ ਚੀਨ ਜਿਹੜਾ ਉਹ ਗਲਤ ਕਰ ਰਿਹਾ, ਇਸ ਗੱਲ ਨੂੰ ਕੈਨੇਡਾ ਕ੍ਰਿਟੀਸਾਈਜ਼ ਕਰ ਰਿਹਾ। ਚੀਨ ਦੇ ਵਿੱਚ ਇੱਕ ਸ਼ਿਨਜਿਆਂਗ ਸੂਬਾ ਆ, ਉੱਥੇ ਇੱਕ ਭਾਈਚਾਰਾ ਰਹਿੰਦਾ ਜਿਹਨੂੰ ਉਈਗਰ ਭਾਈਚਾਰਾ ਕਹਿੰਦੇ, ਉਈਗਰ ਮੁਸਲਮਾਨ ਨੇ। ਉਹਦੇ ਬਾਰੇ ਕੈਨੇਡਾ ਸਮੇਤ ਅਮਰੀਕਾ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਕੰਟਰੀਜ਼ ਉਹ ਲੰਬੇ ਸਮੇਂ ਤੋਂ ਕ੍ਰਿਟੀਸਾਈਜ਼ ਕਰਦੇ ਆ ਰਹੇ ਆ ਕਿ ਚੀਨ ਦੇ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ। ਇਹ ਘਾਣ ਨਹੀਂ ਹੋਣਾ ਚਾਹੀਦਾ, ਇਹਨੂੰ ਕਿਸੇ ਤਰ੍ਹਾਂ ਰੋਕਣਾ ਚਾਹੀਦਾ। ਕੰਜ਼ਰਵੇਟਿਵ ਪਾਰਟੀ ਇੱਥੇ ਕਿਤੇ ਨਾ ਕਿਤੇ ਕੁਝ ਪਾਸਿਓਂ ਇਸ ਗੱਲ ਬਾਰੇ ਵੀ ਕਰ ਰਹੀ ਆ ਕਿ ਜਿਹੜਾ ਕੈਨੇਡਾ ਆ ਇਹਨੂੰ ਇਹ ਕਹਿਣਾ ਚਾਹੀਦਾ ਪਾਰਲੀਮੈਂਟ ਦੇ ਵਿੱਚ ਚੀਨ ਦੇ ਖਿਲਾਫ ਇਹ ਮਤਾ ਲਿਆਉਣਾ ਚਾਹੀਦਾ ਕਿ ਉੱਥੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ। ਹੁਣ ਜਿਹੜੇ ਉੱਥੇ ਵੀ ਇਹੀ ਕੁਛ ਰਿਹਾ ਚੀਨ ਦੇ ਵਿੱਚ, ਜਿਹੜੀਆਂ ਖਬਰਾਂ ਬਾਹਰ ਆ ਰਹੀਆਂ ਕਿ ਜਿਹੜੇ ਉਈਗਰ ਭਾਈਚਾਰੇ ਦੇ ਲੋਕ ਆ ਉਹਨਾਂ ਨੂੰ ਉੱਥੋਂ ਦੇ ਜਿਹਨੂੰ ਉਹ ਵੋਕੇਸ਼ਨਲ ਸੈਂਟਰ ਕਹਿੰਦੀ ਆ ਸਰਕਾਰ ਉੱਥੇ ਦੀ, ਉਹਦੇ ਵਿੱਚ ਰੱਖ ਰਹੇ ਆ ਤੇ ਉਹ ਉਹਨਾਂ ਨੂੰ ਡਿਟੈਂਸ਼ਨ ਸੈਂਟਰ ਕਹਿੰਦੇ ਆ, ਤਸੀਹਾ ਕੇਂਦਰ ਕਹਿੰਦੇ ਆ। ਉਹ ਕਹਿੰਦੇ ਅਸੀਂ ਇਹਨਾਂ ਨੂੰ ਸੱਭਿਅਕ ਬਣਾ ਰਹੇ ਹਾਂ, ਭਾਸ਼ਾ ਸਿਖਾ ਰਹੇ ਹਾਂ, ਇਹਨਾਂ ਨੂੰ ਅਸੀਂ ਰਹਿਣਾ ਸਹਿਣਾ ਸਿਖਾ ਰਹੇ, ਇਹਨਾਂ ਨੂੰ ਕੰਮਕਾਰ ਸਿਖਾ ਰਹੇ ਹਾਂ, ਤੇ ਉਹ ਕਹਿ ਰਿਹਾ ਕਿ ਸਾਡੀ ਨਸਲਕੁਸ਼ੀ ਹੋ ਰਹੀ ਹੈ। ਇਹ ਮਾਮਲਾ ਪੂਰੀ ਕੰਟਰੋਵਰਸੀ ਦੇ ਵਿੱਚ ਆ ਅਜੇ ਤੱਕ ਵੀ। ਹੁਣ ਜੇ ਇੱਥੋਂ ਇਹ ਗੱਲਬਾਤ ਪਾਸ ਹੁੰਦੀ, ਮਤਾ ਪਾਸ ਹੁੰਦਾ ਕਿ ਚੀਨ ਉੱਥੇ ਗਲਤ ਕਰ ਰਿਹਾ ਜਾਂ ਜ਼ੁਲਮ ਕਰ ਰਿਹਾ ਜਾਂ ਉਹਨਾਂ ਦਾ ਧਰਮ, ਉਹਨਾਂ ਦੀ ਬੋਲੀ ਸਾਰਾ ਕੁਝ ਬਦਲ ਰਿਹਾ, ਤਾਂ ਜਿਹੜੇ ਚੀਨੀ ਮੂਲ ਦੇ ਲੋਕ ਨੇ, ਚੀਨੀ ਮੂਲ ਦੇ ਸੈਨੇਟਰ ਕੈਨੇਡਾ ਵਿੱਚ ਰਹਿ ਰਹੇ ਨੇ, ਉਹ ਇਸ ਗੱਲ ਦੇ ਉੱਤੇ ਕੈਨੇਡਾ ਦੀ ਆਲੋਚਨਾ ਕਰ ਰਹੇ ਆ ਕਿ ਘੱਟੋ ਘੱਟ ਪਹਿਲਾਂ ਤੁਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲਓ ਕਿ ਤੁਹਾਡੇ ਬੱਚਿਆਂ ਦੀਆਂ ਲਾਸ਼ਾਂ ਇੱਥੋਂ ਨਿਕਲ ਰਹੀਆਂ, ਜੋ ਕੁਛ ਤੁਸੀਂ ਇੱਥੇ ਕੀਤਾ ਪਹਿਲਾਂ ਇਹਦੀ ਇਨਵੈਸਟੀਗੇਸ਼ਨ ਕਰਾਓ, ਇਹਦੇ ਬਾਰੇ ਸਾਰਾ ਕੁਝ ਪਤਾ ਕਰੋ ਵੀ ਇਹ ਹੈ ਕੀ, ਕੌਣ ਇਹਦੇ ਲਈ ਜ਼ਿੰਮੇਵਾਰ ਆ। ਘੱਟੋ ਘੱਟ ਉਹਦੇ ਲਈ ਜ਼ਿੰਮੇਵਾਰੀ ਤਾਂ ਠਹਿਰਾਓ ਕਿ ਇਹਦੇ ਲਈ ਫਲਾਣਾ ਫਲਾਣਾ ਬੰਦਾ, ਫਲਾਣੀ ਫਲਾਣੀ ਸਰਕਾਰ, ਫਲਾਣਾ ਫਲਾਣਾ ਜਿਹੜਾ ਧਰਮ ਸੀ ਉਹ ਜ਼ਿੰਮੇਵਾਰ ਸੀਗਾ, ਕਿ ਤੁਹਾਨੂੰ ਉੱਥੇ ਜਾ ਕੇ ਦਖਲ ਨਹੀਂ ਦੇਣਾ ਚਾਹੀਦਾ। UN ਦੇ ਵਿੱਚ ਇਹ ਮਸਲਾ ਸਿੱਧਾ ਸਿੱਧਾ ਖੜਾ, ਚੀਨ ਤੇ ਕੈਨੇਡਾ ਇੱਕ ਦੂਜੇ ਦੇ ਆਮੋ ਸਾਹਮਣੇ ਨੇ। ਉੱਥੇ ਚੀਨ ਕਹਿ ਰਿਹਾ ਕਿ ਕੈਨੇਡਾ ਦੇ ਵਿੱਚ ਆ ਜੋ ਕੁਛ ਹੈ ਰਿਹਾ, ਯੂਨਾਈਟਿਡ ਨੇਸ਼ਨ ਦੇ ਵਿੱਚ ਗੱਲਬਾਤ ਚੱਲ ਰਹੀ ਕਿ ਇਹਦੀ ਖੋਜ ਕੀਤੀ ਜਾਵੇ, ਇਹਦੇ ਬਾਰੇ ਰਿਸਰਚ ਕੀਤੀ ਜਾਵੇ, ਇਹਦੇ ਲਈ ਜ਼ਿੰਮੇਵਾਰ ਕੌਣ ਆ। ਜੋ ਕੁਛ ਕੈਨੇਡਾ ਦੀ ਧਰਤੀ ਤੇ ਹੋਇਆ ਵੀ ਇਹ ਆਪਣੀ ਗੱਲ ਅੰਦਰ ਹੀ ਨਾ ਦੱਬ ਜਾਣ, ਕਿਤੇ ਇਹ ਦੁਨੀਆ ਦੇ ਸਾਹਮਣੇ ਆਉਣੀ ਚਾਹੀਦੀ ਹੈ ਸੱਚਾਈ। ਦੂਜੇ ਪਾਸੇ ਕੈਨੇਡਾ ਚੀਨ ਦੇ ਉੱਤੇ ਮਤਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਕਿ ਉਈਗਰ
ਭਾਈਚਾਰੇ ਦੇ ਨਾਲ ਉੱਥੇ ਹੋ ਰਿਹਾ, ਉਹ ਇੱਕ ਇਤਿਹਾਸ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਜ਼ੁਲਮ ਹੋ ਰਿਹਾ। ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣਾ ਚਾਹੀਦਾ। ਗਰਮੀ ਦੇ ਬਾਰੇ ਆਪਾਂ ਕੱਲ੍ਹ ਗੱਲਬਾਤ ਕੀਤੀ ਆ। 2 ਦਿਨ ਹੋ ਗਏ ਗਰਮੀ ਨੇ ਬੁਰਾ ਹਾਲ ਕੀਤਾ ਸੀ। ਕੱਲ੍ਹ ਥੋੜ੍ਹੀ ਜਿਹੀ ਰਾਹਤ ਮਿਲੀ ਆ ਹੁਣ, ਪਰ ਇਹਦੇ ਦੇ ਬਾਵਜੂਦ ਖਬਰਾਂ ਜਿਹੜੀਆਂ ਆ ਰਹੀਆਂ, ਵੈਨਕੂਵਰ ਪੁਲਿਸ ਇਹ ਗੱਲ ਦੱਸ ਰਹੀ ਆ ਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ 98 ਸਡਨ ਡੈਥਸ ਨੂੰ ਰਿਸਪੌਂਡ ਕੀਤਾ। ਫਰਾਈਡੇ ਤੋਂ ਲੈ ਕੇ 98 ਡੈਥਸ, 53 ਜਿਹੜੀਆਂ ਉਹ ਟਿਊਜ਼ਡੇ ਨੂੰ ਇਹ ਮੌਤਾਂ ਹੋਈਆਂ ਗਰਮੀ ਦੇ ਨਾਲ। ਇਹਨਾਂ ਦੇਸ਼ਾਂ ਦੇ ਵਿੱਚ ਗਰਮੀ ਦੇ ਨਾਲ ਮੌਤ ਹੋ ਜਾਣੀ ਆਪਣੇ ਆਪ ਦੇ ਵਿੱਚ ਸੁਣਨ ਨੂੰ ਬਹੁਤ ਹੈਰਾਨੀ ਲੱਗਦੀ ਆ, ਪਰ ਇਹ ਸਾਡੇ ਇਸ ਸਮੇਂ ਦੀ ਸੱਚਾਈ ਵੀ ਆ। ਪੁਲਿਸ ਇਹ ਵੀ ਕਹਿ ਰਹੀ ਆ ਕਿ 2/3 ਜਿਹੜੇ ਵਿਕਟਮ ਸੀਗੇ ਉਹ 70 ਸਾਲ ਤੋਂ ਉੱਪਰ ਸੀਗੇ, ਉਹਨਾਂ ਦੀ ਉਮਰ ਜ਼ਿਆਦਾ ਸੀ। ਕਿਤੇ ਨਾ ਕਿਤੇ ਕਿਹਾ ਇਹ ਜਾ ਰਿਹਾ ਕਿ ਜਿਹੜਾ ਟੈਂਪਰੇਚਰ ਸੀ ਵਾਧਾ, ਇਹੀ ਇੱਕ ਵੱਡਾ ਕਾਰਨ ਉਹਨਾਂ ਦੀ ਮੌਤ ਦੇ ਵਿੱਚ ਬਣਿਆ ਆ। 100 ਤੋਂ ਜ਼ਿਆਦਾ ਮੌਤਾਂ ਦਾ ਹੋ ਜਾਣਾ ਗਰਮੀ ਦੇ ਵਿੱਚ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਆ। ਅਤੇ ਇਹਦੇ ਵਿੱਚ ਇਹ ਵੀ ਗੱਲਬਾਤ ਚੱਲ ਰਹੀ ਆ ਕਿ ਜਿਹੜੇ 15 ਤੋਂ ਜ਼ਿਆਦਾ ਮੌਤਾਂ ਸਰੀ ਦੇ ਵਿੱਚ ਵੀ ਟਿਊਜ਼ਡੇ ਆਫਟਰਨੂਨ ਤੋਂ ਬਾਅਦ ਹੀਟ ਸਟ੍ਰੋਕ ਦੇ ਨਾਲ ਹੋਈਆਂ। ਹੁਣ 911 ਦੇ ਉੱਤੇ ਵੇਟਿੰਗ ਚੱਲ ਰਹੀ ਸੀ, ਉੱਥੇ ਮਤਲਬ ਜਿਹੜੇ ਫਸਟ ਰਿਸਪੋਂਡੈਂਟ ਆ ਉਹ ਪਹੁੰਚ ਨਹੀਂ ਰਹੇ। ਇਸ ਗੱਲ ਦੇ ਉੱਤੇ ਸਵਾਲ ਪੈਦਾ ਹੋ ਰਹੇ ਵੀ ਇਹਦਾ ਕੌਣ ਜ਼ਿੰਮੇਵਾਰ ਆ। ਇਹ ਤਾਂ ਮਹਾਮਾਰੀ ਨਹੀਂ ਆ, ਇਹ ਤਾਂ ਕੋਈ ਪੈਂਡੈਮਿਕ ਨਹੀਂ ਆ ਕਿ 2 ਘੰਟੇ ਤੁਸੀਂ ਇਹ ਉਡੀਕਦੇ ਰਹੋ ਕਿ ਐਂਬੂਲੈਂਸ ਤੁਹਾਡੇ ਆਉਂਦੀ ਆ ਕਿ ਨਹੀਂ। ਕੁਝ ਲੋਕ ਇਹਦੇ ਬਾਰੇ ਗੱਲਾਂ ਬਾਤਾਂ ਕਰ ਰਹੇ ਕਿ ਇਹਦੇ ਲਈ ਸਾਡੇ ਪ੍ਰੀਮੀਅਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ, ਉਹਨੂੰ ਮੁਆਫੀ ਮੰਗਣੀ ਚਾਹੀਦੀ ਨਾ ਮੌਤਾਂ ਦੇ ਲਈ। ਇਹ ਸਰਕਾਰ ਜ਼ਿੰਮੇਵਾਰ ਆ ਇਸ ਗੱਲਬਾਤ ਦੇ ਲਈ ਜੋ ਕੁਛ ਇਹ ਹੋਇਆ। ਕਿ ਹੁਣ ਇਹ ਕਹਿ ਰਿਹਾ ਕਿ ਜੀ ਉਹ ਉੱਥੇ ਪਤਾ ਲੱਗ ਰਿਹਾ ਕਿ ਉੱਥੇ ਸਟਾਫ ਹੈ ਨਹੀਂ ਜੀ, ਜਾਂ ਉਹਨਾਂ ਦੀ ਉਹ ਸਟਾਫ ਦੀ ਅਸੀਂ ਐਡ ਕੀਤੀ ਹੈ, ਉਹਨਾਂ ਨੂੰ ਭਰਤੀ ਕਰ ਲਿਆ ਹੈ, ਪਰ ਉੱਥੇ ਆਉਣਾ ਕਿਉਂ ਨਹੀਂ ਚਾਹੁੰਦੇ ਲੋਕ। ਜੇ ਉਹਨਾਂ ਨੂੰ ਵੱਧ ਵੇਜਸ ਦੇ ਕੇ ਉੱਥੇ ਸਫੀਸ਼ੀਐਂਟ ਜਿਹੜੀ ਮੈਨ ਪਾਵਰ ਆ ਕੀਤੀ ਜਾਵੇ, ਤਾਂ ਇਸ ਤਰ੍ਹਾਂ ਦੀ ਮਾੜੇ ਜਿਹੇ ਸੰਕਟ ਆਉਣ 'ਤੇ ਜੇ 2 ਦਿਨ ਦੀ ਗਰਮੀ ਪਈ ਉਹਦੇ ਨਾਲ ਹੀ ਵੇਟਿੰਗ ਦੇ ਵਿੱਚ ਜਿਹੜੀ 911 ਦੇ ਉੱਤੇ ਹੋ ਗਈ, ਤਾਂ ਇਹ ਬਹੁਤ ਵੱਡੇ ਸਵਾਲ ਸਰਕਾਰ ਦੇ ਉੱਤੇ ਵੀ ਆ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਮੀਡੀਆ ਦੇ ਵਿੱਚ, ਲੋਕਾਂ ਦੇ ਵਿੱਚ, ਮੇਨ ਸਟ੍ਰੀਮ ਮੀਡੀਆ ਦੇ ਵਿੱਚ ਬਹੁਤ ਤਿੱਖੇ ਸਵਾਲ ਸਰਕਾਰ ਨੂੰ ਕੀਤੇ ਜਾ ਰਹੇ ਆ ਵੀ ਆਹ ਜਿਹੜੀਆਂ ਗਰਮੀ ਕਰਕੇ ਮੌਤਾਂ ਹੋ ਗਈਆਂ ਇਹਦੇ ਲਈ ਕੌਣ ਜ਼ਿੰਮੇਵਾਰ ਆ। ਇੱਕ ਹੋਰ ਖਬਰ ਦੋਸਤੋ, ਟਰੱਕਰਸ ਜਿਹੜੇ ਹੈਗੇ ਨੇ, ਦਾ ਯੂਨਾਈਟਿਡ ਟਰੱਕਰਸ ਐਸੋਸੀਏਸ਼ਨ UTA, ਵੱਖ-ਵੱਖ ਸਮਿਆਂ ਦੇ ਵਿੱਚ ਆਪਣੇ ਹੱਕਾਂ ਦੇ ਲਈ ਪ੍ਰਦਰਸ਼ਨ ਕਰਦੇ ਰਹਿੰਦੇ ਆ, ਸਰਕਾਰਾਂ ਤੱਕ ਆਪਣੀ ਗੱਲ ਪਹੁੰਚਾਉਂਦੇ ਆ। ਇਹਨਾਂ ਨੇ ਹੁਣ ਕੈਨੇਡਾ ਡੇ ਦੇ ਦਿਨ ਇੱਕ ਟਰੱਕ ਰੈਲੀ ਕਰਨ ਦਾ ਫੈਸਲਾ ਕੀਤਾ ਆ ਕਿ ਜਿਹੜੀ ਪੋਰਟ ਆਫ ਵੈਨਕੂਵਰ ਦੇ ਉੱਤੇ ਜੋ ਕੁਛ ਹੋ ਰਿਹਾ, ਇਹਨਾਂ ਟਰੱਕਰਸ ਦੀ ਗੱਲ ਨਹੀਂ ਸੁਣੀ ਜਾ ਰਹੀ, ਉਹਨੂੰ ਅਪੋਜ਼ ਕਰਨ ਦੇ ਲਈ, ਆਪਣਾ ਰੋਸਾ ਜ਼ਾਹਰ ਕਰਨ ਦੇ ਲਈ, ਆਪਣੀਆਂ ਮੰਗਾਂ ਸਾਹਮਣੇ ਲਿਆਉਣ ਦੇ ਲਈ ਇਹ ਟਰੱਕ ਰੈਲੀ ਕਰ ਰਿਹਾ। ਪਿਛਲੇ ਸਮੇਂ ਦੇ ਵਿੱਚ ਇਹ ਵੱਖ-ਵੱਖ ਤਰੀਕੇ ਨਾਲ ਸਰਗਰਮ ਰਹੇ ਆ। ਕਈ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ, ਜਿਹੜੇ ਇਹਨਾਂ ਦੇ ਕਹਿਣ ਅਨੁਸਾਰ ਸਰਕਾਰ ਸੁਣ ਨਹੀਂ ਰਹੀ। ਸਰਕਾਰ ਉਹਦੇ ਉੱਤੇ ਕੁਛ ਕਰ ਸਕਦੀ ਹੈ, ਪਰ ਉਹ ਸੁਣੀਆਂ ਨਹੀਂ ਜਾ ਰਹੀਆਂ। ਜਿਹਦੇ ਵਿੱਚ ਜਿਹੜੇ ਨਵੇਂ ਟਰੱਕ ਪਾਉਣੇ ਕਿ ਇੰਨੇ ਟਾਈਮ ਦੇ ਜਿਹੜੇ ਬਾਅਦ ਉਹਨੂੰ ਟਰੱਕਾਂ ਨੂੰ ਬਦਲਿਆ ਜਾਵੇ, ਉਹਦੇ ਵਿੱਚ ਕੁਛ ਜਿਹੜੇ ਸਿਸਟਮਸ ਆ ਉਹ ਲਾਉਣੇ ਜਿਹੜੇ ਕਿ ਬਾਅਦ ਦੇ ਵਿੱਚ ਅੱਗ ਦਾ ਕਾਰਨ ਬਣਦੇ ਆ। ਕਿ ਇਹ ਬਾਕੀ ਇੰਡਸਟਰੀਜ਼ ਦੇ ਉੱਤੇ ਚੀਜ਼ਾਂ ਲਾਗੂ ਨਹੀਂ ਹੋ ਰਹੀਆਂ, ਸਿਰਫ ਟਰੱਕਰਸ ਦੇ ਉੱਤੇ ਕਿਉਂ ਲਾਗੂ ਹੋ ਰਹੀਆਂ। ਇਹਨਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਇਹ ਬਹੁਤ ਮਹੱਤਵਪੂਰਨ ਗੱਲ ਆ ਕਿ ਕੈਨੇਡਾ ਡੇ ਵਾਲੇ ਦਿਨ ਰੋਸ ਰੈਲੀ ਹੋ ਰਹੀ ਹੈ। ਵੈਸੇ ਵੀ ਇਸ ਕੈਨੇਡਾ ਡੇ ਦੇ ਬਾਰੇ ਲੋਕ ਦੁਚਿੱਤੀ ਦੇ ਵਿੱਚ ਵੀ ਆ। ਇਸ ਵਾਰੀ ਇਹ ਕੰਟਰੋਵਰਸੀ ਵੀ ਰਹੀ ਹੈ ਨੈਸ਼ਨਲ ਲੈਵਲ ਦੇ ਉੱਤੇ, ਫੈਡਰਲ ਲੈਵਲ ਦੇ ਉੱਤੇ, ਕਿ ਕੈਨੇਡਾ ਡੇ ਸੈਲੀਬ੍ਰੇਟ ਕਰਨਾ ਚਾਹੀਦਾ ਜਾਂ ਨਹੀਂ। ਜਿੱਥੇ ਇਹ ਟਰੱਕਰਸ ਦੀ UTA ਇਸ ਵੇਲੇ ਰੈਲੀ ਕਰ ਰਿਹਾ ਆ, ਉਹ ਇਹਨਾਂ ਦੀਆਂ ਆਪਣੀਆਂ ਮੰਗਾਂ ਨੇ। ਪਰ ਇਹਦੇ ਨਾਲ ਹੀ ਕੈਨੇਡਾ ਡੇ ਵਾਲੇ ਦਿਨ ਕਿ ਇੱਕ ਪਾਸੇ 3 ਸਕੂਲਾਂ ਦੇ ਵਿੱਚੋਂ 1000 ਤੋਂ ਜ਼ਿਆਦਾ ਬੱਚਿਆਂ ਦੀਆਂ ਲਾਸ਼ਾਂ ਮਿਲ ਰਹੀਆਂ ਆ, ਉਸ ਭਾਈਚਾਰੇ ਦੇ ਵਿੱਚ ਮੂਲ ਨਿਵਾਸੀਆਂ ਦੇ ਵਿੱਚ ਇੱਕ ਦੂਜੇ ਨਾਲ ਗੱਲ ਨਹੀਂ ਕਰ ਰਹੇ। ਉਹ ਇੰਨਾ ਮਤਲਬ ਸੈਂਸਿਟਿਵ ਔਰ ਸੋਗਮਈ ਮਾਮਲਾ ਆ। ਉਹ ਭਾਈਚਾਰੇ ਦੀ ਹਾਲਤ ਸੋਚ ਕੇ ਦੇਖੋ, ਔਰ ਉਹ ਭਾਈਚਾਰਾ ਜਿਹੜਾ ਇਸ ਕੈਨੇਡਾ ਦਾ ਮਾਲਕ ਆ, ਕਿ ਇਹ ਸੈਲੀਬ੍ਰੇਟ ਕਰਨਾ ਚਾਹੀਦਾ ਜਾਂ ਕੈਨੇਡਾ ਡੇ ਵਾਲੇ ਦਿਨ ਪਿੱਛੇ ਮੁੜ ਕੇ ਦੇਖਣਾ ਚਾਹੀਦਾ ਕਿ ਕਿੱਥੇ ਕੀ ਹੋਇਆ ਕੈਨੇਡਾ ਡੇ ਵਾਲੇ ਦਿਨ। ਇਹ ਗੱਲਾਂ ਬਾਤਾਂ ਵੀ ਜਿੱਥੇ ਨੈਸ਼ਨਲ ਪੱਧਰ ਦੇ ਉੱਤੇ ਚੱਲ ਰਹੀਆਂ। ਦੂਜੇ ਪਾਸੇ ਜਿਹੜੀ ਸਾਡੀ ਇੱਥੇ ਲੋਕਲ ਖਬਰ ਆ ਕਿ UTA ਆਪਣੀ ਰੋਸ ਰੈਲੀ ਆਪਣੀਆਂ ਮੰਗਾਂ ਦੇ ਹੱਕ ਵਿੱਚ ਕੈਨੇਡਾ ਡੇ ਵਾਲੇ ਦਿਨ ਕਰ ਰਿਹਾ ਹੈ। ਇੱਕ ਦੋਸਤੋ ਹੋਰ ਗੱਲਬਾਤ ਸਾਹਮਣੇ ਆਈ ਆ ਕਿ ਪੈਨਸਿਲਵੇਨੀਆ ਦੀ ਜਿਹੜੀ ਹਾਈਐਸਟ ਕੋਰਟ ਆ, ਉਹਨਾਂ ਨੇ ਬਿਲ ਕੌਸਬੀ ਨੂੰ ਸੈਕਸ਼ੂਅਲ ਅਸਾਲਟ ਦੀ ਕਨਵਿਕਸ਼ਨ ਦੇ ਵਿੱਚੋਂ ਬਰੀ ਕਰ ਦਿੱਤਾ ਹੈ। ਬਿਲ ਕੌਸਬੀ ਬਹੁਤ ਪ੍ਰਸਿੱਧ ਕਮੇਡੀਅਨ ਆ, ਬਹੁਤ ਪ੍ਰਸਿੱਧ ਉਹਨਾਂ ਦਾ ਨਾਂ ਆ ਇਸ ਖੇਤਰ ਦੇ ਵਿੱਚ। ਔਰ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਉਹਨੂੰ ਅਮਰੀਕਾਸ ਡੈਡ ਵੀ ਕਿਹਾ ਜਾਂਦਾ। ਤੁਹਾਨੂੰ ਯਾਦ ਹੋਊਗਾ ਜਦੋਂ ਮੀ ਟੂ ਮੂਵਮੈਂਟ ਚੱਲੀ ਸੀ, ਹਰ ਇੱਕ ਔਰਤ ਅੱਗੇ ਆ ਕੇ ਬਹੁਤ ਸਾਰੀਆਂ ਔਰਤਾਂ ਕਹਿ ਰਹੀਆਂ ਸੀ ਕਿ ਸਾਡੇ ਨਾਲ ਆਹ ਕੁਛ ਹੋਇਆ, ਸਾਡੇ ਨਾਲ ਆਹ ਕੁਛ ਹੋਇਆ। ਉਸ ਵੇਲੇ ਇਹਨਾਂ ਦੇ ਉੱਤੇ ਵੀ ਦੋਸ਼ ਲੱਗੇ ਸੀ। ਇਹ ਵੀ ਉਸ ਅਰਜ਼ਸ ਦੇ ਵਿੱਚ ਬਿਲ ਕੌਸਬੀ ਵੀ ਆਏ ਸੀ। 83 ਸਾਲ ਇਹਨਾਂ ਦੀ ਉਮਰ ਆ। ਹੁਣ ਜਿਹੜਾ ਉਹਨਾਂ ਨੂੰ ਇਹਦੇ ਵਿੱਚੋਂ ਬਰੀ ਕੀਤਾ ਜਾ ਰਿਹਾ, ਉਹਨਾਂ ਨੂੰ ਮਤਲਬ ਕਿਸੇ ਵੇਲੇ ਵੀ ਛੱਡਿਆ ਜਾ ਸਕਦਾ।
ਤੇ ਉਹਨਾਂ ਨੂੰ ਇਹਦੇ ਵਿੱਚੋਂ ਇਹਨਾਂ ਦੋਸ਼ਾਂ ਤੋਂ ਬਰੀ ਕੀਤਾ ਜਾ ਰਿਹਾ ਕਿ ਨਹੀਂ ਇਹ ਜ਼ਿੰਮੇਵਾਰ ਨਹੀਂ ਸੀ। ਜਦੋਂ ਹੁਣ ਫਿਰ ਇਹ ਕਲਾਕਾਰ ਜਿਹੜੇ ਜਦੋਂ ਬਾਹਰ ਆਉਂਦੇ ਆ ਤੇ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਸਰਕਾਰ ਪ੍ਰਤੀ ਜਾਂ ਬਾਕੀਆਂ ਚੀਜ਼ਾਂ ਪ੍ਰਤੀ, ਦੁਬਾਰਾ ਇਹ ਉਹਨਾਂ ਨੂੰ ਸੂਹ ਵੀ ਕਰ ਸਕਦੇ ਹੁੰਦੇ, ਕਈ ਗੱਲਾਂ ਬਾਤਾਂ ਹੁੰਦੀਆਂ। ਸੋ ਇੱਕ ਬਹੁਤ ਵੱਡੀ ਸ਼ਖਸੀਅਤ ਬਿਲ ਕੌਸਬੀ, ਉਹਦੇ ਉੱਤੇ ਦੋਸ਼ ਲੱਗਦੇ ਆ ਸੈਕਸ਼ੂਅਲ ਅਸੌਲਟ ਦੇ, ਪਰ ਹੁਣ ਉਹਨਾਂ ਨੂੰ ਇਹਦੇ ਵਿੱਚੋਂ ਬਰੀ ਕੀਤਾ ਜਾ ਰਿਹਾ। ਅੰਤਰਰਾਸ਼ਟਰੀ ਪੋਲੀਟਿਕਸ ਬਾਰੇ ਆਪਾਂ ਗੱਲਬਾਤ ਕੀਤੀ ਸੀ ਵੱਖਰੇ ਵੱਖਰੇ ਸਮੇਂ ਦੇ ਵਿੱਚ। ਕੱਲ੍ਹ ਆਪਾਂ ਜਿੱਦਾਂ ਜ਼ਿਕਰ ਕਰਦੇ ਸੀ ਕਿ ਜਿਹੜਾ ਪਾਵਰ ਆ ਉਹ ਕਿਸ ਪਾਸੇ ਜਾਣੀ, ਪੂਰਬ 'ਚ ਰਹਿਣੀ ਜਾਂ ਪੱਛਮ 'ਚ ਰਹਿਣੀ, ਉਹਦਾ ਰੌਲਾ ਇਸ ਵੇਲੇ ਵੀ ਉਸੇ ਤਰ੍ਹਾਂ ਚੱਲ ਰਿਹਾ। ਰੂਸ ਕਿਸੇ ਵੇਲੇ ਦੁਨੀਆ ਦੀ ਇੱਕ ਵੱਡੀ ਤਾਕਤ ਸੀ, ਅਮਰੀਕਾ ਨੂੰ ਬਰਾਬਰ ਟੱਕਰ ਦੇ ਰਿਹਾ ਸੀ। ਥੋੜ੍ਹੇ ਸਮੇਂ ਦੇ ਵਿੱਚ ਸੀ 1917 ਦੇ ਵਿੱਚ ਉੱਥੇ ਇਨਕਲਾਬ ਹੁੰਦਾ, ਉਹਦੇ ਤੋਂ ਬਾਅਦ ਇੱਕਦਮ ਰੂਸ ਉੱਭਰ ਕੇ ਸਾਹਮਣੇ ਆਉਂਦਾ, ਗਿਣਤੀ ਦੇ ਸਾਲਾਂ ਦੇ ਵਿੱਚ ਉਹ ਵੱਡੀ ਤਾਕਤ ਬਣ ਜਾਂਦਾ। ਓਲੰਪਿਕਸ ਦੇ ਵਿੱਚ ਮੈਡਲ ਵੀ ਰੂਸ ਦੇ ਆਉਂਦੇ ਆ, ਉਹਨਾਂ ਦਾ ਜਿਹੜਾ ਸਾਰਾ ਸਿਸਟਮ ਸੀ ਦੁਨੀਆ ਦੇ ਵਿੱਚ ਨੰਬਰ 1 ਤੇ ਚਲਿਆ ਜਾਂਦਾ। ਪਰ ਬਾਅਦ ਦੇ ਵਿੱਚ 1990 ਦੇ ਵਿੱਚ ਜਾ ਕੇ ਉਹ ਢਹਿ ਢੇਰੀ ਹੋ ਜਾਂਦਾ, ਸਾਰਾ ਕੁਛ ਤਾਸ਼ ਦੇ ਪੱਤਿਆਂ ਵਾਂਗੂ ਖਿੰਡਰ ਜਾਂਦਾ ਤੇ ਉਹ ਪਾਵਰ ਨਹੀਂ ਰਹਿੰਦਾ। ਰੂਸ ਮੁੜ ਕੇ ਦੁਬਾਰਾ ਉੱਠ ਰਿਹਾ, ਚੀਨ ਬਹੁਤ ਜ਼ਬਰਦਸਤ ਤਰੀਕੇ ਨਾਲ ਇਹਦੇ ਤੋਂ ਬਾਅਦ ਉੱਠਿਆ। ਹੁਣ ਇਹਨਾਂ ਸਾਰੇ ਪੂਰਬੀ ਤੇ ਪੱਛਮੀ ਦੇਸ਼ਾਂ ਦਾ ਜਿਹੜਾ ਆਪਸ ਦੇ ਵਿੱਚ ਰੌਲਾ ਪਿਆ, ਕਿਸੇ ਵੇਲੇ ਅਮਰੀਕਾ ਤੋਂ ਵੀ ਪਹਿਲਾਂ ਤਾਕਤ ਬ੍ਰਿਟਿਸ਼ ਦੇ ਕੋਲ ਹੁੰਦੀ ਸੀ। ਇਹ ਲੜਾਈ ਜਿਹੜੀ ਆ ਇਸ ਵੇਲੇ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਸਾਹਮਣੇ ਆਉਂਦੀ ਆ। ਬ੍ਰਿਟਿਸ਼ ਦਾ ਇੱਕ ਨੇਵਲ ਸ਼ਿਪ HMS ਜਿਹੜਾ ਹੈਗਾ ਆ ਉਹ ਐਂਟਰ ਕਰ ਗਿਆ ਜਿਹੜੇ ਟੈਰੀਟਰੀਅਲ ਵਾਟਰਸ ਦੇ ਵਿੱਚ, ਉੱਥੇ ਟਰੈਵਲ ਕਰਦਾ ਕਰਦਾ 3 ਕਿਲੋਮੀਟਰ ਅੰਦਰ ਨੂੰ, ਜਾਣੀ ਕਿ 2 ਮਾਈਲ ਦੇ ਲਗਭਗ ਕੇਪ ਫਲੋਰੈਂਟ ਦੇ ਨੇੜੇ ਕ੍ਰੀਮੀਆ ਦੇ ਵਿੱਚ। ਕ੍ਰੀਮੀਆ ਦਾ ਰੂਸ ਦੇ ਨਾਲ ਕੀ ਸੰਬੰਧ ਆ? ਬ੍ਰਿਟਿਸ਼ ਇਹਨੂੰ ਕ੍ਰੀਮੀਆ ਨੂੰ ਰੂਸ ਦਾ ਪਾਰਟ ਨਹੀਂ ਮੰਨਦਾ, ਰੂਸ ਇਹਨੂੰ ਆਪਣਾ ਹਿੱਸਾ ਮੰਨਦਾ ਆ। ਤੇ ਦੂਜੇ ਪਾਸੇ ਜਿਹੜੀ ਰਸ਼ੀਆ ਦੀ ਮਿਨਿਸਟਰੀ ਆ, ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਉਹਨਾਂ ਦੇ ਕੋਸਟ ਗਾਰਡ ਨੇ ਟਾਰਗੇਟ ਕਰਕੇ ਵਾਰਨਿੰਗ ਸ਼ਾਟਸ ਉਧਰ ਨੂੰ ਫਾਇਰ ਕੀਤੇ ਆ। ਤੇ ਨਾਲ ਉਹਨਾਂ ਨੇ ਇਹ ਦੱਸ ਦਿੱਤਾ ਕਿ ਜੇ ਪੱਛਮ ਸਾਡੇ ਨਾਲ ਕਿਸੇ ਕਿਸਮ ਦੀ ਲੜਾਈ ਚਾਹੁੰਦਾ ਆ, ਅਸੀਂ ਕੁਝ ਵੀ ਕਰ ਸਕਦੇ ਸੀ ਇਸ ਸ਼ਿਪ ਦੇ ਉੱਤੇ। ਜਿਹੜੀ ਗੱਲ ਵਲਾਦੀਮੀਰ ਪੁਤਿਨ ਨੇ ਕਹੀ ਆ, ਰੂਸ ਦੇ ਰਾਸ਼ਟਰਪਤੀ ਨੇ, ਪਰ ਅਸੀਂ ਕੁਝ ਕੀਤਾ ਨਹੀਂ। ਪਰ ਉਹ ਕਹਿੰਦੇ ਸਾਡੇ ਲਈ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ, ਜਾਂ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਦਬਕਾ ਮਾਰਿਆ ਹੈ ਕਿ ਪੱਛਮੀ ਦੇਸ਼ ਸਾਡੇ ਨਾਲ ਨਾ ਉਲਝਣ, ਜੇ ਉਲਝਦੇ ਆ ਤਾਂ ਸਾਡੇ ਕੋਲੇ ਸਾਰਾ ਕੁਝ ਹੈਗਾ ਇਹਨਾਂ ਦਾ ਪ੍ਰਬੰਧ ਕਰਨ ਦਾ, ਅਸੀਂ ਕੁਝ ਵੀ ਕਰ ਸਕਦੇ ਹਾਂ, ਸਾਡੇ ਨਾਲ ਕਿਸੇ ਵੀ ਗੱਲ ਤੇ ਉਲਝਿਆ ਨਾ ਜਾਵੇ। ਵਲਾਦੀਮੀਰ ਪੁਤਿਨ ਦਾ ਪੱਛਮੀ ਦੇਸ਼ਾਂ ਨੂੰ ਸਿੱਧਾ ਸਿੱਧਾ ਇੱਕ ਕਹਿ ਲਓ ਕਿ ਚੈਲੰਜ ਆ ਜਾਂ ਇੱਕ ਦਬਕਾ ਆ ਪੰਜਾਬੀ ਦੇ ਵਿੱਚ, ਜਿਹੜਾ ਕਿਹਾ ਜਾ ਸਕਦਾ ਕਿ ਉਹਨਾਂ ਨੂੰ ਮਾਰਿਆ ਹੈ ਕਿ ਤੁਸੀਂ ਸਾਡੇ ਨਾਲ ਕਿਸੇ ਵੀ ਇਸ ਕਿਸਮ ਦੇ ਵਿਵਾਦ ਦੇ ਵਿੱਚ ਨਾ ਆਓ। ਦੋਸਤੋ, ਜਾਂਦੇ ਜਾਂਦੇ ਇੱਕ ਕੱਲ੍ਹ ਦੀ ਖਬਰ ਦੀ ਕਲੈਰੀਫਿਕੇਸ਼ਨ ਤੁਹਾਡੇ ਨਾਲ ਕਰਨੀ ਸੀ। ਕੱਲ੍ਹ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਸੰਤ ਤੇਜਾ ਸਿੰਘ ਹੋਰਾਂ ਦੀ ਪ੍ਰੋਕਲੇਮੇਸ਼ਨ ਬਾਰੇ ਕਿ BC ਸਰਕਾਰ ਨੇ ਉਹਨਾਂ ਨੂੰ ਮਾਣ ਸਤਿਕਾਰ ਦੇਣ ਦੇ ਲਈ 1 ਜੁਲਾਈ ਦਾ ਦਿਨ ਪ੍ਰੋਕਲੇਮ ਕੀਤਾ, ਸਮਰਪਿਤ ਕੀਤਾ ਸੰਤ ਤੇਜਾ ਸਿੰਘ ਜੀ ਨੂੰ। ਤੁਹਾਡੀਆਂ ਬਹੁਤ ਸਾਰੀਆਂ ਫੋਨ ਕਾਲ ਸੀਗੀਆਂ ਉਹਦੇ ਤੋਂ ਬਾਅਦ ਕਿ ਸੰਤ ਤੇਜਾ ਸਿੰਘ ਇਹ ਪ੍ਰਿੰਸੀਪਲ ਤੇਜਾ ਸਿੰਘ ਨੇ ਜਾਂ ਇਹ ਬਾਬੂ ਤੇਜਾ ਸਿੰਘ ਨੇ। ਇਹ ਥੋੜ੍ਹਾ ਜਿਹਾ ਇੱਥੇ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਇੱਕ ਪ੍ਰਿੰਸੀਪਲ ਤੇਜਾ ਸਿੰਘ ਹੋਏ ਨੇ ਜਿਨ੍ਹਾਂ ਦਾ 1894 'ਚ ਜਨਮ ਹੋਇਆ ਸੀ, 1958 ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਆ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਬਹੁਤ ਸਮਾਂ ਰਹੇ, ਅੰਗਰੇਜ਼ੀ ਦੇ ਮਾਹਰ ਸੀ। ਆਰਸੀ ਉਹਨਾਂ ਦੀ ਸਵੈ ਜੀਵਨੀ ਸੀ। ਸਿੱਖ ਫਲਸਫੇ ਨੂੰ ਜਾਂ ਸਟੀਕਾਂ ਦੇ ਵਿੱਚ ਗੁਰਬਾਣੀ ਵਿਚਲੀਆਂ ਜਿਹੜੀਆਂ ਸ਼ਾਬਦਿਕ ਲਗਾ ਮਾਤਰਾਂ ਦੀ ਵਿਆਖਿਆ ਉਹਨਾਂ ਨੇ ਖਾਸ ਤੌਰ 'ਤੇ ਕੀਤੀ ਆ। ਤੇ ਪੰਜਾਬੀ ਵਾਰਤਕ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਂ ਆ। ਮਹਿੰਦਰਾ ਕਾਲਜ ਪਟਿਆਲੇ ਉਹ ਪ੍ਰਿੰਸੀਪਲ ਰਹੇ ਆ, ਇਸ ਕਰਕੇ ਉਹਨਾਂ ਨੂੰ ਪ੍ਰਿੰਸੀਪਲ ਤੇਜਾ ਸਿੰਘ ਕਿਹਾ ਜਾਂਦਾ ਸੀ। ਉਹਨਾਂ ਦੀ 1958 ਦੇ ਵਿੱਚ ਮੌਤ ਹੋ ਗਈ ਸੀ। ਉਹ ਪ੍ਰਿੰਸੀਪਲ ਤੇਜਾ ਸਿੰਘ ਦੇ ਨਾਂ ਨਾਲ ਜਾਣੇ ਜਾਂਦੇ ਸੀ। ਉਹ ਇਹ ਨਹੀਂ ਆ, ਉਹ ਇੱਕ ਵੱਖਰੀ ਸ਼ਖਸੀਅਤ ਸੀ, ਪੰਜਾਬੀ ਦੇ ਵੱਖਰੇ ਲੇਖਕ ਸਨ ਪ੍ਰਿੰਸੀਪਲ ਤੇਜਾ ਸਿੰਘ। ਇੱਕ ਬਾਬੂ ਤੇਜਾ ਸਿੰਘ ਕੱਲ੍ਹ ਸਾਨੂੰ ਕਿਹਾ ਗਿਆ ਕਿ ਕੀ ਇਹ ਉਹ ਸਨ? ਬਾਬੂ ਤੇਜਾ ਸਿੰਘ 1867 'ਚ ਇਹਨਾਂ ਦਾ ਜਨਮ ਹੁੰਦਾ, 1933 'ਚ ਇਹ ਕਾਲ ਚਲਾਣਾ ਕਰ ਜਾਂਦੇ ਆ। ਇਹ ਵੀ ਸਿੱਖ ਜਿਹੜੀ ਵਿਦਵਤਾ ਦੇ ਨਾਲ ਜਾਂ ਉਸ ਕਿਸਮ ਦੀ ਪੜ੍ਹਾਈ ਦੇ ਨਾਲ ਇਹਨਾਂ ਦਾ ਸੰਬੰਧ ਸੀਗਾ। ਪਟਿਆਲੇ ਓਵਰਸੀਜ਼ ਕਰਦੇ ਰਹੇ ਆ, ਇਸ ਕਰਕੇ ਓਵਰਸੀਅਰ ਲੱਗਣ ਕਾਰਨ ਇਹਨਾਂ ਦੇ ਨਾਂ ਨਾਲ ਬਾਬੂ ਜੁੜ ਗਿਆ ਸੀ। ਪੜੌਸ ਦੇ ਵਿੱਚ ਇਹਨਾਂ ਦੇ ਨਾਂ ਨਾਲ ਤੇਜਾ ਸਿੰਘ ਪੜੌਸ ਦੇ ਨਾਂ ਨਾਲ ਵੀ, ਭਸੌੜ ਦੇ ਨਾਂ ਨਾਲ ਵੀ ਇਹਨਾਂ ਨੂੰ ਜਾਣਿਆ ਜਾਂਦਾ ਸੀ। ਉਹ ਬਾਬੂ ਤੇਜਾ ਸਿੰਘ ਹੋਰ ਨੇ। ਬਾਅਦ ਦੇ ਵਿੱਚ ਇਹਨਾਂ ਦੇ ਨਾਂ 'ਤੇ ਕੰਟਰੋਵਰਸੀ ਵੀ ਬਹੁਤ ਹੋਈ ਸੀ। ਸਿੱਖ ਹਲਕਿਆਂ ਦੇ ਵਿੱਚ ਕੁਝ ਮਸਲਿਆਂ ਨੂੰ ਇਹਨਾਂ ਨੇ ਛੋਹਿਆ ਸੀ। ਇਹਨਾਂ ਦੇ ਨਾਂ ਦੇ ਨਾਲ ਬਹੁਤ ਸਾਰੀ ਕੰਟਰੋਵਰਸੀ ਬਾਅਦ ਦੇ ਵਿੱਚ ਜੁੜ ਗਈ ਸੀ। ਉਹ ਤੇਜਾ ਸਿੰਘ, ਬਾਬੂ ਤੇਜਾ ਸਿੰਘ ਸੀਗੇ, ਉਹ ਵੱਖਰੇ ਸੀਗੇ। ਇਹ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ ਜਾਂ ਜਿਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਪ੍ਰੋਕਲੇਮ ਕੀਤਾ 1 ਜੁਲਾਈ ਦਾ ਦਿਨ, ਇਹ ਸੰਤ ਤੇਜਾ ਸਿੰਘ ਸਨ। ਸੰਤ ਤੇਜਾ ਸਿੰਘ 1877 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ, 1965 ਦੇ ਵਿੱਚ ਇਹਨਾਂ ਦੀ ਮੌਤ ਹੁੰਦੀ ਆ। ਚੜ੍ਹਾਈ ਕਰਦੇ ਆ। 1906 ਦੇ ਵਿੱਚ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਕੋਲੋਂ ਅੰਮ੍ਰਿਤ ਛਕਦੇ ਆ। ਉਹ ਇਹਨਾਂ ਨੂੰ ਲੰਡਨ ਭੇਜਦੇ ਆ, ਲੰਡਨ ਪੜ੍ਹਾਈ ਕਰਦੇ ਆ।
ਕੈਨੇਡਾ ਆਉਂਦੇ ਆ, ਅਮਰੀਕਾ ਆਉਂਦੇ ਆ, ਵਾਪਸ ਫਿਰ ਇੰਡੀਆ ਜਾਂਦੇ ਆ ਤੇ ਫਿਰ ਜਾ ਕੇ ਹਿਮਾਚਲ ਦੇ ਵਿੱਚ ਜਿਹੜਾ ਹੁਣ ਅਸੀਂ ਬੜੂ ਸਾਹਿਬ ਦੇ ਨਾਂ ਨਾਲ ਜਾਣਦੇ ਹਾਂ, ਡਾਕਟਰ ਖੇਮ ਸਿੰਘ ਗਿੱਲ ਤੇ ਇਕਬਾਲ ਸਿੰਘ ਇਕਬਾਲ ਸਿੰਘ ਹੁਣੀ ਉੱਥੇ ਜਾ ਕੇ ਉਹਨੂੰ ਲੱਭਦੇ ਆ ਬੜੂ ਸਾਹਿਬ ਨੂੰ, ਤੇ ਉੱਥੇ ਫਿਰ ਅਕਾਲ ਅਕੈਡਮੀ ਜਿਹੜੀ ਚੱਲਦੀ ਆ। ਇਹ ਸੰਤ ਤੇਜਾ ਸਿੰਘ ਉਹ ਸਿੱਖ ਵਿਦਵਾਨ ਸਕਾਲਰ ਸਨ ਜਿਹੜੇ ਲੰਡਨ ਦੇ ਵਿੱਚ ਪੜ੍ਹਨ ਗਏ, ਅਮਰੀਕਾ ਦੇ ਵਿੱਚ ਪੜ੍ਹਨ ਗਏ, ਕੈਨੇਡਾ ਦੇ ਵਿੱਚ ਆਏ। ਇੱਥੇ ਦੀ ਗਦਰ ਮੂਵਮੈਂਟ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਨਾਂ ਆ। ਸੋ 3 ਨਾਮ ਮਸ਼ਹੂਰ ਨੇ, ਤੇਜਾ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਬਾਬੂ ਤੇਜਾ ਸਿੰਘ ਤੇ ਸੰਤ ਤੇਜਾ ਸਿੰਘ। ਇਹ ਸੰਤ ਤੇਜਾ ਸਿੰਘ ਜਿਹੜੇ ਕੈਨੇਡਾ, ਅਮਰੀਕਾ, ਇੰਗਲੈਂਡ ਦੇ ਵਿੱਚ ਆ ਕੇ ਵਾਪਸ ਜਾ ਕੇ ਜਿਹੜਾ ਸਾਰਾ ਜਿਹੜੀ ਪੜ੍ਹਾਈ ਲਿਖਾਈ ਦੇ ਸੰਬੰਧ ਦੇ ਵਿੱਚ ਇਹ ਜੁੜਦੇ ਆ ਅਕੈਡਮਿਕਸ ਦੇ ਨਾਲ, ਇਹ ਉਹ ਸੰਤ ਤੇਜਾ ਸਿੰਘ ਸਨ। ਤੁਹਾਨੂੰ ਇਹਨਾਂ ਬਾਰੇ ਕੋਈ ਜ਼ਿਆਦਾ ਜਾਣਕਾਰੀ ਹੋਵੇ ਤਾਂ ਤੁਸੀਂ ਵੀ ਫੇਸਬੁੱਕ ਤੇ ਥੱਲੇ ਥੋੜ੍ਹੀ ਜਿਹੀ ਗੱਲ ਹੋ ਸਪਸ਼ਟ ਕਰ ਸਕਦੇ ਹੋ। ਇੰਨੀ ਕੁ ਜਾਣਕਾਰੀ ਸਾਡੇ ਕੋਲ ਸੀਗੀ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਔਰ ਇੱਕ ਵਾਰੀ ਫੇਰ ਗੁਰਪ੍ਰੀਤ ਸਿੰਘ ਹੁਣੀ ਜਲਦੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋਇਆ ਕਰਨਗੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।